ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਦੋਂ ਮਹਾਂਪੁਰਖ ਜਿਹੜੇ ਸੀਗੇ ਇਹ ਸਰੀਏ ਪਿੰਡ ਦੇ ਨਜ਼ਦੀਕ ਰਹਿੰਦੇ ਹੁੰਦੇ ਸੀ ਸੰਤ ਮਹਾਂਪੁਰਖ, ਉਸ ਟਾਈਮ ਦੋ ਨੌਜਵਾਨਾਂ ਨੇ ਮਹਾਂਪੁਰਖਾਂ ਦੇ ਮੂੰਹ ਤੋਂ ਜਦੋਂ ਕੱਪੜਾ ਚੱਕਿਆ ਸੀਗਾ ਤੇ ਇਹ ਸਰੀਏ ਪਿੰਡ ਨੂੰ ਅੱਗ ਲੱਗੀ ਸੀਗੀ ਉਹਨਾਂ ਟਾਈਮਾਂ ਦੇ ਵਿੱਚ। ਸੋ ਇਸ ਘਟਨਾ ਦੀ ਭੁੱਲ ਬਖਸ਼ਾਉਣ ਵਾਸਤੇ ਉਸ ਪਿੰਡ ਦੇ ਕੁਛ ਜੋ ਪ੍ਰੇਮੀ ਸੀ ਉਹ ਮਹਾਂਪੁਰਖਾਂ ਦੇ ਪਾਸ ਪਹੁੰਚੇ। ਇਹਨਾਂ ਪ੍ਰੇਮੀਆਂ ਦੇ ਵਿੱਚ ਭਾਈ ਨੱਥਾ ਸਿੰਘ ਜੀ ਸੀ, ਭਾਈ ਹਜੂਰਾ ਸਿੰਘ ਜੀ ਸੀ, ਭਾਈ ਮੇਘਾ ਸਿੰਘ ਜੀ ਸੀ ਤੇ ਇੱਕ ਮਾਈ ਪ੍ਰਤਾਪ ਕੌਰ ਸੀ। ਜਦ ਇਹ ਮਹਾਂਪੁਰਖਾਂ ਦੇ ਕੋਲ ਆਏ, ਇਹਨਾਂ ਨੇ ਆ ਕੇ ਟਿੱਲੇ ਦੇ ਉੱਤੇ ਬਾਬਾ ਮਹਾ ਹਰਨਾਮ ਸਿੰਘ ਹੁਣਾਂ ਨੂੰ ਮੱਥਾ ਟੇਕਿਆ ਤੇ ਕੋਲ ਬੈਠੇ ਤੇ ਪਿਛਲੀ ਸਾਰੀ ਜੋ ਗੱਲਬਾਤ ਸੀ ਉਹ ਖੋਲ੍ਹੀ। ਤੇ ਬਾਬਾ ਜੀ ਨੇ ਆਖਿਆ, ਕਹਿੰਦੇ ਕੋਈ ਗੱਲ ਨਹੀਂ, ਜੋ ਹੋ ਗਿਆ ਸੋ ਠੀਕ ਹੈ, ਪਰ ਹੁਣ ਸ਼ੁੱਧ ਹੈ। ਜਦ ਬਾਬਾ ਜੀ ਨੇ ਇਹ ਗੱਲ ਕਹੀ ਆ ਤੇ ਇਹਨਾਂ ਦੇ ਨਾਲ ਇੱਕ ਹੋਰ ਸਿੰਘ ਜਿਹੜਾ ਸੀਗਾ ਉਹ ਵੀ ਨਾਲ ਪਹੁੰਚਿਆ ਸੀਗਾ। ਉਹ ਸਿੰਘ ਦਾ ਜਿਹੜਾ ਸੁਭਾਅ ਸੀਗਾ ਬੜਾ ਬੜਬੋਲਾ ਸੀਗਾ। ਸੋ ਉਹ ਪਿਛਲੀ ਕਿਸੇ ਗੱਲ ਦੇ ਉੱਤੇ ਬਾਬਾ ਜੀ ਦੇ ਨਾਲ ਥੋੜ੍ਹੀ ਬਹਿਸ ਵਿਚਾਰ ਕਰਨ ਲੱਗ ਪਿਆ। ਜਦ ਥੋੜ੍ਹੀ ਬਹਿਸ ਕਰਨ ਲੱਗ ਪਿਆ ਤੇ ਉਸ ਨੂੰ ਸਮਝਾਉਣ ਦਾ ਸੰਗਤ ਨੇ ਯਤਨ ਕੀਤਾ, ਪਰ ਜਦੋਂ ਬਾਬਾ ਜੀ ਬੋਲਣ ਤੋਂ ਵਿੱਚੇ ਬੋਲ ਪਿਆ ਕਰੇ। ਜਦ ਬਾਬਾ ਜੀ ਚੁੱਪ ਕਰ ਜਾਇਆ ਕਰਨ ਤਾਂ ਉਹ ਆਪਣੀ ਗੱਲ ਸੁਣਨੀ ਸ਼ੁਰੂ ਕਰ ਦਿਆ ਕਰੇ। ਇਸ ਤਰ੍ਹਾਂ ਬਾਬਾ ਜੀ ਦੀ ਜਦੋਂ ਗੱਲ ਜਿਹੜੇ ਸੀਗੇ ਉਹ ਸ਼ੁਰੂ ਕਰਨ ਤੇ ਇਹ ਵਿੱਚੋਂ ਗੱਲ ਕੱਢ ਦਿਆ ਕਰੇ। ਪਰ ਨਾਲ ਦੇ ਜਿੰਨੇ ਪ੍ਰੇਮੀ ਸੀ ਸਾਰਿਆਂ ਨੇ ਬੜਾ ਸਮਝਾਉਣ ਦਾ ਯਤਨ ਕੀਤਾ, ਪਰ ਇਹ ਨਾ ਸਮਝਿਆ। ਜਦ ਸਮਝਿਆ ਨਹੀਂ, ਆਪਣੀ ਜਿੱਦ ਤੇ ਅੜਾ ਰਿਹਾ ਤੇ ਫਿਰ ਬਾਬਾ ਜੀ ਨੇ ਇਸ ਨੂੰ ਕਿਹਾ, ਕਹਿੰਦੇ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਸਾਡੇ ਨਾਲ ਝਗੜਦਾ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਤੇ ਕਹਿਣ ਲੱਗਾ, ਬਾਬਾ ਜੀ ਮੈਨੂੰ ਕੀ ਪਤਾ ਮੈਂ ਪਿਛਲੇ ਜਨਮ 'ਚ ਤੁਹਾਡੇ ਨਾਲ ਝਗੜਿਆ ਕਿ ਨਹੀਂ ਝਗੜਿਆ। ਬਾਬਾ ਜੀ ਕਹਿੰਦੇ ਜੇ ਤੈਨੂੰ ਨਹੀਂ ਪਤਾ ਤਾਂ ਸਾਡੇ ਕੋਲ ਇਹਦਾ ਸਬੂਤ ਹੈਗਾ। ਉਹ ਬੜਾ ਹੈਰਾਨ ਹੈ, ਉਹ ਕਹਿਣ ਲੱਗਾ ਜੀ ਉਹ ਕਿਹੜਾ ਸਬੂਤ ਹੈ। ਤਾਂ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਦੇਖ ਤੂੰ ਸਾਡੇ ਪੱਟ ਦੇ ਉੱਤੇ ਕੁਹਾੜੀ ਮਾਰੀ ਸੀ ਪਿਛਲੇ ਜਨਮ ਦੇ ਵਿੱਚ। ਜਦ ਇਹ ਗੱਲ ਹੋਈ ਨਾਲ ਦੀ ਸਾਰੀ ਸੰਗਤ ਜਿਹੜੀ ਸੀ ਉਹ ਬੜੀ ਹੈਰਾਨ ਹੋਈ। ਉਹ ਕਹਿਣ ਲੱਗੀ ਕਿ ਪਿਛਲੇ ਜਨਮ 'ਚ ਕਹਾੜੀ ਮਾਰੀ ਆ, ਸਾਨੂੰ ਕਿਵੇਂ ਪਤਾ ਲੱਗੇ ਕਿ ਪਿਛਲੇ ਜਨਮ 'ਚ ਕਹਾੜੀ ਮਾਰੀ। ਫਿਰ ਬਾਬਾ ਜੀ ਨੇ ਜਦੋਂ ਆਪਣੀ ਲੱਤ ਨੰਗੀ ਕਰਕੇ ਪੱਟ ਵਾਲਾ ਜਿਹੜਾ ਸੀ ਉਹ ਜਗ੍ਹਾ ਦਿਖਾਈ ਤਾਂ ਉੱਥੇ ਵਾਕਿਆ ਕਹਾੜੀ ਦਾ ਨਿਸ਼ਾਨ ਸੀ। ਤੇ ਬਾਬਾ ਜੀ ਨੇ ਦੱਸਿਆ ਵੀ ਆਹ ਕਹਾੜੀ ਤੈਂ ਪਿਛਲੇ ਜਨਮ 'ਚ ਸਾਡੀ ਮਾਰੀ ਸੀ, ਪਰ ਇਹ ਜੋ ਕਰਮ ਬਣਿਆ ਸੀਗਾ ਉਹਦੀ ਸਜ਼ਾ ਤੈਨੂੰ ਇਸ ਜਨਮ ਦੇ ਵਿੱਚ ਭੁਗਤਣੀ ਪੈਣੀ ਆ। ਤੇ ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਵੀ ਇਹ ਤੂੰ ਮੈਨੂੰ ਦੱਸ ਕਿ ਤੂੰ ਸਾਡੀ ਸਜ਼ਾ ਭੁਗਤਣੀ ਆ ਜਾਂ ਸਰਕਾਰੀ ਸਜ਼ਾ ਭੁਗਤਣੀ ਆ। ਤੇ ਇਹ ਸਜ਼ਾ ਜਿਹੜੀ 3 ਮਹੀਨੇ ਦੀ ਹੋਊਗੀ। ਜਦ ਇੰਨੀ ਗੱਲ ਹੋਈ ਤਾਂ ਉਹ ਬਾਬਾ ਜੀ ਨੂੰ ਕਹਿਣ ਲੱਗਾ, ਕਹਿੰਦਾ ਠੀਕ ਆ ਮਹਾਂਪੁਰਖੋ, ਜੋ ਤੁਸੀਂ ਹੁਕਮ ਕਰੋਗੇ ਮੈਂ ਉਹ ਕਰਨ ਵਾਸਤੇ ਬਿਲਕੁਲ ਤਿਆਰ ਹਾਂ। ਫਿਰ ਬਾਬਾ ਜੀ ਨੇ ਕਿਹਾ ਸੋਚ ਲਿਆ। ਕਹਿੰਦਾ ਜੀ ਬਿਲਕੁਲ ਸੋਚਣ ਦੀ ਕਿਹੜੀ ਗੱਲ, ਜੋ ਤੁਸੀਂ ਕਹਿ ਦੋਗੇ ਮੈਂ ਕਰ ਦੂੰਗਾ। ਫਿਰ ਬਾਬਾ ਜੀ ਕਹਿਣ ਲੱਗੇ ਚੱਲ ਠੀਕ ਹੈ, ਤੂੰ ਇਸ ਤਰ੍ਹਾਂ ਕਰਨਾ, 21 ਰਾਤਾਂ ਮਨੋਂ ਵਾਲੀ ਕੱਟਣੀਆਂ ਰਾਤ। ਉਸ ਤੋਂ ਬਾਅਦ 21 ਰਾਤਾਂ ਜਿਹੜੀਆਂ ਉਹ ਮਹਾਜਨੀ ਕੱਟਣੀਆਂ ਹੈ ਅਤੇ 21 ਰਾਤਾਂ ਇੱਥੇ ਸਾਡੀ ਬੇਰੀ ਦੇ ਥੱਲੇ ਕੱਟਣੀਆਂ ਹੈ। ਜੇ ਤੂੰ ਇਹ 21 ਰਾਤਾਂ ਕੱਟ ਜਾਏਗਾ ਤੇ ਸਰਕਾਰੀ ਸਜ਼ਾ ਤੋਂ ਬਚ ਜਾਊਗਾ। ਅਗਰ ਤੈਂ ਵਿੱਚ ਨਾਗਾ ਪਾਤਾ ਤੇ ਫਿਰ ਭਾਈ ਤੈਨੂੰ ਸਰਕਾਰੀ ਸਜ਼ਾ ਤਾਂ ਬਹੁਤ ਸਖਤ ਹੋਊਗੀ। ਜਦ ਇੰਨੀ ਗੱਲ ਹੋਈ ਤਾਂ ਉਹ ਕਹਿੰਦਾ ਜੀ 7 ਵਜੇ ਜਦ ਉੱਠ ਕੇ ਚਲੇ ਗਿਆ। 10 ਕੁ ਦਿਨ ਤਾਂ ਉਹਨੇ ਜਾ ਕੇ ਇਹ ਰਾਤਾਂ ਜਿਹੜੀਆਂ ਸੀ ਕੱਟੀਆਂ, ਪਰ 10 ਕੁ ਦਿਨਾਂ ਦੇ ਬਾਅਦ ਜਦ ਮਨ ਤਾਵਲਾ ਹੋ ਗਿਆ ਉਹਨੇ ਜਿਹੜੀ ਸੀ ਇਹ ਬਾਬਾ ਜੀ ਦਾ ਹੁਕਮ ਜਿਹੜਾ ਸੀ ਇਹ ਵਿੱਚੇ ਛੱਡ ਦਿੱਤਾ। ਜਦ ਛੱਡ ਦਿੱਤਾ ਉਸ ਤੋਂ ਬਾਅਦ ਕਾਰਨ ਇੱਕ ਐਸਾ ਹੋਇਆ, ਇੱਕ ਮਾਮੂਲੀ ਜਿਹਾ ਝਗੜਾ ਉਹਦਾ ਕਿਸੇ ਦੇ ਨਾਲ ਹੋ ਗਿਆ, ਉਹਦਾ ਕੇਸ ਕਚਹਿਰੀ ਹੋ ਗਿਆ ਤੇ ਫਿਰ ਜੱਜ ਨੇ ਉਹਨੂੰ ਫਿਰ 3 ਮਹੀਨੇ ਦੀ ਸਖਤ ਜਿਹੜੀ ਸੀ ਉਹ ਸਜ਼ਾ ਜੇਲ੍ਹ ਦੀ ਸੁਣਾਤੀ। ਜਦ ਸਖਤ ਜ਼ਿਆਦਾ ਜੇਲ੍ਹ ਦੀ ਸੁਣਾਈ ਬਸ ਫਿਰ ਕੀ ਹੋ ਸਕਦਾ ਸੀਗਾ। ਫਿਰ ਬਾਬਾ ਜੀ ਦੇ ਪਾਸ ਜਿਹੜਾ ਸੀਗਾ ਰਜੋਈਆਂ ਕਰੇ, ਪਰ ਹੁਣ ਸਮਾਂ ਲੰਘ ਗਿਆ ਸੀਗਾ। ਸੋ ਇਹਨਾਂ ਦੇ ਨਾਲ ਇੱਕ ਜੋ ਹੋਰ ਸੱਜਣ ਆਏ ਸੀ ਉਹਨਾਂ ਨੇ ਬਾਬਾ ਜੀ ਨੂੰ ਆਖਿਆ ਸੀ, ਕਹਿੰਦੇ ਬਾਬਾ ਜੀ ਵੀ ਸਾਡਾ ਇੱਕ ਰਿਸ਼ਤੇਦਾਰ ਆ ਕਿਸ਼ਨ ਸਿੰਘ, ਉਹ ਘਰੋਂ ਗੁੱਸੇ ਹੋ ਕੇ ਚਲ ਗਿਆ ਹੈਗਾ, ਤੁਸੀਂ ਉਹਦੇ ਬਾਰੇ ਸਾਨੂੰ ਦੱਸ ਸਕਦੇ ਆ ਵੀ ਉਹ ਕਿੱਥੇ ਹੋਊਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਜਿੱਥੇ ਉਹਨੇ ਪਹੁੰਚਣਾ ਸੀ ਉਹ ਪਹੁੰਚ ਗਿਆ ਹੈਗਾ, ਪਰ ਉਹਨੇ ਤੁਹਾਡੇ ਪਾਸ ਹੁਣ ਵਾਪਸ ਨਹੀਂ ਆਉਣਾ ਹੈਗਾ। ਇਹ ਵਚਨ ਬਾਬਾ ਜੀ ਨੇ ਉਹਨਾਂ ਸਾਰਿਆਂ ਨੂੰ ਸੁਣਾਇਆ ਸੀਗਾ। ਉਸ ਤੋਂ ਬਾਅਦ ਫਿਰ ਇਹ ਜਿਹੜੇ ਸਰੀਏ ਪਿੰਡ ਦੇ ਸੀਗੇ ਪ੍ਰੇਮੀ, ਇਹ ਉੱਥੋਂ ਫਿਰ ਚਲੇ ਗਏ ਸੀ। ਇਹ ਸਾਰੀ ਜੋ ਬਚਨ ਬਲਾਸ ਦੀ ਕਥਾ ਹੈਗੀ ਹੈ ਇਹ ਭਾਈ ਨੱਥਾ ਸਿੰਘ ਸਰੀਏ ਵਾਲੇ ਨੇ ਮਹਾਂਪੁਰਖਾਂ ਦੇ ਨਾਲ ਸਾਂਝੀ ਕੀਤੀ ਸੀਗੀ। ਸੋ ਇਸੇ ਤਰ੍ਹਾਂ ਇੱਕ ਮੁਨਸ਼ੀ ਹਰਦਿੱਤ ਸਿੰਘ ਜੀ ਹੋਏ ਆ। ਇਹ ਜਿਹੜੇ ਮੁਨਸ਼ੀ ਹਰਦਿੱਤ ਸਿੰਘ ਸੀ ਇਹ ਪਟਿਆਲੇ ਦੇ ਰਹਿਣ ਵਾਲੇ ਸੀਗੇ ਤੇ ਇਹ ਪਟਿਆਲੇ ਇੱਕ ਸਰਕਾਰੀ ਨੌਕਰੀ ਕਰਦੇ ਹੁੰਦੇ ਸੀ। ਕੁਛ ਕਾਰਨਾਂ ਕਰਕੇ ਇਹਨਾਂ ਦੇ ਕੋਲ ਜਿਹੜੀ ਸਰਕਾਰੀ ਨੌਕਰੀ ਸੀ ਉਹ ਛੁੱਟ ਗਈ। ਉਸ ਤੋਂ ਬਾਅਦ ਇਹ ਨੌਕਰੀ ਹਾਸਲ ਕਰਨ ਵਾਸਤੇ ਬਾਬਾ ਜੀ ਪਾਸ ਆਏ।
ਜਦ ਬਾਬਾ ਜੀ ਪਾਸ ਆਏ ਤੇ ਬਾਬਾ ਜੀ ਨੇ ਇਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਦੱਸੋ ਕਿ ਤੁਸੀਂ ਕਿੰਨੇ ਪੜ੍ਹੇ ਆ। ਫਿਰ ਮੁਨਸ਼ੀ ਹਰਦਿੱਤ ਸਿੰਘ ਨੇ ਕਿਹਾ ਸੀ ਕਿ ਮੈਂ ਆਲਮ, ਫਾਜ਼ਲ, ਉਰਦੂ, ਫਾਰਸੀ ਸਭ ਪੜ੍ਹਾਈ ਕੀਤੀ ਆ। ਜਦ ਇਹਨਾਂ ਕਹਿੰਦੇ ਫਿਰ ਬਾਬਾ ਜੀ ਨੇ ਦੱਸਿਆ ਸੀ ਕਿ ਭਾਈ ਤੂੰ ਜਿੰਨੀ ਸਰਕਾਰੀ ਤਨਖਾਹ ਲੈਂਦਾ ਹੈਗਾ, ਜੇ ਉਹਦੇ ਬੱਟੇ ਤੈਨੂੰ ਅਸੀਂ ਇੱਥੇ ਵਧੀਆ ਤਨਖਾਹ ਦੇ ਦੇਈਏ ਤਾਂ ਕੀ ਤੂੰ ਇੱਥੇ ਕੰਮ ਕਰਨ ਵਾਸਤੇ ਤਿਆਰ ਹੋ। ਜਾਂ ਇੰਨੀ ਗੱਲ ਹੋਈ ਤਾਂ ਮੁਨਸ਼ੀ ਹਰਦਿੱਤ ਸਿੰਘ ਨੇ ਕਿਹਾ ਕਿ ਨਹੀਂ ਮਹਾਂਪੁਰਖ ਹੋਰ ਕੀ ਚਾਹੀਦਾ ਹੈਗਾ, ਜੇ ਤੁਸੀਂ ਮੈਨੂੰ ਇੱਥੇ ਆਪਣੇ ਪਾਸ ਹੀ ਕਿਸੇ ਕੰਮ 'ਤੇ ਲਾ ਦਿਓ ਅਤੇ ਮੈਂ ਤਾਂ ਬਹੁਤ ਖੁਸ਼ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਚੱਲ ਠੀਕ ਹੈ, ਅੱਜ ਤੋਂ ਬਾਅਦ ਤੇਰੀ ਇੱਥੇ ਨੌਕਰੀ ਪੱਕੀ ਆ। ਇਹ ਕਹਿ ਕੇ ਨੇ ਬਾਬਾ ਜੀ ਨੇ ਮੁਨਸ਼ੀ ਹਰਦਿੱਤ ਸਿੰਘ ਨੂੰ ਆਪਣੇ ਪਾਸ ਰੱਖ ਲਿਆ। ਉਹ ਤੋਂ ਬਾਅਦ ਫਿਰ ਬਾਬਾ ਜੀ ਨੇ ਹੁਕਮ ਕੀਤਾ, ਕਹਿੰਦੇ ਵੀ ਜਿੰਨੀ ਵੀ ਸੰਗਤ ਆਉਂਦੀ ਹੈ ਇੱਥੇ ਉਹਨਾਂ ਸਾਰਿਆਂ ਦਾ ਨਾਮ, ਪਤਾ, ਦਾਦਕੇ, ਨਾਨਕੇ, ਭੂਆ, ਮਾਸੀਆਂ, ਫੁੱਫੀਆਂ, ਤਾਈਆਂ, ਚਾਚੀਆਂ, ਜਾਣੀ ਜੋ ਵੀ ਕੁਛ ਹੈਗਾ ਨਾ ਸਾਰਾ ਇੱਕ ਰਜਿਸਟਰ ਦੇ ਉੱਤੇ ਲਿਖਣਾ ਹੈਗਾ। ਜਦ ਇਹ ਗੱਲ ਹੋਈ ਤਾਂ ਉਹਨੇ 7 ਬਚਨ ਗਿਆ। ਇਸ ਤਰ੍ਹਾਂ ਜਿੰਨੀ ਵੀ ਸੰਗਤ ਆਉਂਦੀ ਸੀ ਉਹ ਸਾਰਿਆਂ ਦੇ ਐਡਰੈਸ ਜਿਹੜੇ ਸੀ, ਰਿਸ਼ਤੇਦਾਰੀਆਂ ਸਾਰੀਆਂ ਰਜਿਸਟਰਾਂ ਦੇ ਉੱਤੇ ਲਿਖਦਾ ਹੁੰਦਾ ਸੀਗਾ। ਇਸ ਤਰ੍ਹਾਂ ਲਿਖਦਾ ਹੁੰਦਾ ਸੀ। ਕਦੀ ਕਦੀ ਬਾਬਾ ਜੀ ਨੇ ਆਪਣੇ ਕੋਲੋਂ ਵੀ ਬਚਨ ਲਿਖਾਉਣੇ, ਪਰ ਜੋ ਬਚਨ ਲਿਖਾਉਣੇ ਉਹਨੇ ਹੀ ਰਜਿਸਟਰ 'ਤੇ ਲਿਖਣੇ ਆ, ਨਾ ਵੱਧ ਨਾ ਘੱਟ। ਇਸ ਤਰ੍ਹਾਂ ਕਰਦੇ ਕਰਦੇ ਇਹ ਜਿਹੜਾ ਮੁਨਸ਼ੀ ਹਰਦਿੱਤ ਸਿੰਘ ਸੀਗਾ, ਇੱਥੇ ਇਹਨੇ ਸਾਰੀ ਉਮਰ ਇਸੇ ਹੀ ਸੇਵਾ ਦੇ ਵਿੱਚ ਗੁਜ਼ਾਰ ਦਿੱਤੀ। ਜੋ ਸਰਕਾਰੀ ਤਨਖਾਹ ਤੋਂ ਵੀ ਜ਼ਿਆਦਾ ਜਿਹੜੀ ਸੈਲਰੀ ਸੀ ਉਹ ਬਾਬਾ ਜੀ ਇਹਨੂੰ ਦਿੰਦੇ ਰਹੇ ਆ। ਸੋ ਬਾਬਾ ਜੀ ਕਿਹਾ ਕਰਦੇ ਸੀਗੇ, ਕਹਿੰਦੇ ਭਾਈ ਇਹ ਜਿਹੜੇ ਅਸੀਂ ਐਡਰੈਸ ਲਿਖਾਉਂਦੇ ਆ ਜਾਂ ਜੋ ਵੀ ਕੁਛ ਇਹਨਾਂ ਰਜਿਸਟਰਾਂ ਵਿੱਚ ਲਿਖਿਆ ਹੈਗਾ, ਸਮਾਂ ਆਊਗਾ ਜਦੋਂ ਇਹਨਾਂ ਦੀ ਜ਼ਰੂਰਤ ਪਊਗੀ। ਇਹ ਜੋ ਰਜਿਸਟਰ ਮੁਨਸ਼ੀ ਹਰਦਿੱਤ ਸਿੰਘ ਦੁਆਰਾ ਲਿਖੇ ਗਏ ਆ ਨਾ, ਇਹ ਅੱਜ ਵੀ ਜਿਹੜੇ ਆ ਬੋਰੀਆਂ ਦੇ ਵਿੱਚ ਭਰ ਕੇ ਰੱਖੇ ਹੋਏ ਆ ਅਤੇ ਇਹ ਚੁਬਾਰੇ ਦੇ ਉੱਪਰ ਪਏ ਆ। ਪਰ ਇਸ ਨੂੰ ਜਿੰਨੇ ਵੀ ਜਿਹੜੇ ਗਾਂ ਮਹਾਂਪੁਰਖ ਆਏ ਆ, ਕਿਸੇ ਨੇ ਵੀ ਅੱਜ ਤੱਕ ਛੂਹਿਆ ਨਹੀਂ, ਨਾ ਕਿਸੇ ਨੇ ਦੇਖਿਆ ਕਿ ਇਹਦੇ ਵਿੱਚ ਮਹਾਂਪੁਰਖਾਂ ਨੇ ਕੀ ਲਿਖਾਇਆ ਹੈਗਾ। ਦੇਖੋ ਸੰਤ ਬਾਬਾ ਨਰੈਣ ਸਿੰਘ ਜੀ ਹੁਣਾਂ ਨੇ ਵੀ ਸੇਵਾ ਕੀਤੀ, ਸੰਤ ਬਾਬਾ ਈਸ਼ਰ ਸਿੰਘ ਜੀ ਵੀ ਸੇਵਾ ਕੀਤੀ, ਬਾਬਾ ਖੇਮ ਸਿੰਘ ਹੁਣਾਂ ਨੇ ਵੀ ਸੇਵਾ ਕੀਤੀ, ਪਰ ਕਿਸੇ ਨੇ ਵੀ ਇਹਨਾਂ ਰਜਿਸਟਰਾਂ ਨੂੰ ਖੋਲ੍ਹਿਆ ਨਹੀਂ ਹੈ। ਇਹ ਜਿਉਂ ਦੇ ਤਿਉਂ ਪਏ ਆ। ਸੋ ਇੱਕ ਹਨ ਭਾਈ ਬਰਿਆਮ ਸਿੰਘ ਜੀ ਹੋਏ। ਜਿਹੜੇ ਭਾਈ ਬਰਿਆਮ ਸਿੰਘ ਹੁੰਦੇ ਸੀ, ਇਹਨਾਂ ਦੀ ਇੱਕ ਤਾਇਆ ਦੀ ਲੜਕੀ ਸੀ ਜਿਹਦਾ ਨਾਂ ਸੀ ਆਸ ਕੌਰ, ਅਤੇ ਇੱਕ ਇਹਨਾਂ ਦੇ ਤਾਏ ਦਾ ਲੜਕਾ ਹੁੰਦਾ ਸੀ ਜਿਹਦਾ ਨਾਂ ਸੀ ਜੀਤ ਸਿੰਘ। ਇਹ ਜਿਹੜੇ ਸੀਗੇ ਇਹ ਭਾਈ ਬਰਿਆਮ ਸਿੰਘ ਹੁਣਾਂ ਦੇ ਤਾਏ ਦੇ ਲੜਕਾ ਲੜਕੀ ਸੀਗੇ। ਜਿਹੜੀ ਆਸ ਕੌਰ ਲੜਕੀ ਸੀਗੀ ਇਹ ਪਹਿਲੇ ਵਿਆਹੀ ਹੋਈ ਸੀਗੀ। ਜਦੋਂ ਇਹਦੇ ਪਹਿਲਾ ਬੱਚਾ ਹੋਇਆ, ਇਹ ਜਿਹੜੀ ਲੜਕੀ ਸੀਗੀ ਇਹ ਬੱਚੇ ਦੇ ਤੋਂ ਬਾਅਦ ਬਿਮਾਰ ਹੋ ਗਈ। ਬਿਮਾਰ ਹੋਈ ਅਤੇ ਇਹਨਾਂ ਨੇ ਫਿਰ ਜਿਹੜੇ ਸੀਗੇ ਉਹ ਡਾਕਟਰ ਹਕੀਮ ਲਿਆਂਦੇ, ਪਰ ਉਹਦੀ ਹਾਲਤ ਜਿਹੜੀ ਉਹ ਜ਼ਿਆਦਾ ਵਿਗੜ ਗਈ। ਜਦ ਹਾਲਤ ਗੰਭੀਰ ਹੋਈ ਤਾਂ ਅੱਧੀ ਰਾਤ ਨੂੰ ਭਾਈ ਬਰਿਆਮ ਸਿੰਘ ਅਤੇ ਇਹਦਾ ਭਤੀਜਾ ਜੀਤ ਸਿੰਘ ਦੋਨੇ ਮਹਾਂਪੁਰਖਾਂ ਦੇ ਪਾਸ ਆਏ। ਇਹਨਾਂ ਨੇ ਆ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਸਾਡੀ ਭੈਣ ਬਹੁਤ ਬਿਮਾਰ ਵਾ, ਉਮੀਦ ਤੋਂ ਬਾਹਰ ਹੋ ਗਈ ਆ, ਆਪ ਕਿਰਪਾ ਕਰੋ। ਜਦ ਇਹ ਸਾਰੀ ਗੱਲਬਾਤ ਭਾਈ ਬਰਿਆਮ ਸਿੰਘ ਹੁਣਾਂ ਨੇ ਮਹਾਂਪੁਰਖਾਂ ਨੇ ਕੀਤੀ, ਫਿਰ ਬਾਬਾ ਜੀ ਨੇ ਕਹਿਤਾ, ਕਹਿੰਦੇ ਭਾਈ ਕੰਨਿਆ ਤਾਂ ਜਿਹੜੀ ਹਰ ਹਾਲਤ ਵਿੱਚ ਜਾਊਗੀ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਬਸ ਕੀ ਸੀਗਾ, ਭਾਈ ਬਰਿਆਮ ਸਿੰਘ ਹੁਣਾਂ ਨੇ ਹੱਥ ਜੋੜ ਦਿੱਤੇ, ਕਹਿੰਦੇ ਬਾਬਾ ਜੀ ਕਿਰਪਾ ਕਰੋ, ਜਿਵੇਂ ਕਿਵੇਂ ਵੀ ਹੋਵੇ ਤੁਸੀਂ ਇਸ ਕੰਨਿਆ ਦੀ ਜਾਨ ਬਖਸ਼ ਦਿਓ, ਤੁਸੀਂ ਰਹਿਮਤ ਕਰੋ, ਅਸੀਂ ਤੁਹਾਡੇ ਸੇਵਾਦਾਰ ਹਾਂ। ਜਦ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਫਿਰ ਬਾਬਾ ਜੀ ਕੁਛ ਟਾਈਮ ਚੁੱਪ ਕਰ ਗਏ। ਫਿਰ ਕਹਿਣ ਲੱਗੇ, ਹਾਂ ਭਾਈ ਬਰਿਆਮ ਸਿੰਘ ਇੱਕ ਤਰਕੀਬ ਹੋ ਸਕਦੀ ਆ। ਅਤੇ ਫਿਰ ਭਾਈ ਬਰਿਆਮ ਸਿੰਘ ਜੀ ਨੇ ਅੱਖਾਂ 'ਚ ਚਮਕ ਆਈ, ਕਹਿਣ ਲੱਗੇ ਮਹਾਂਪੁਰਖੋ ਦੱਸੋ ਕੀ ਹੋ ਸਕਦੀ। ਅਤੇ ਬਾਬਾ ਜੀ ਕਹਿਣ ਲੱਗੇ ਕਿ ਭਾਈ ਤਰਕੀਬ ਤਾਂ ਹੈ, ਪਰ ਹੈ ਬਹੁਤ ਜਟਲ ਹੈ, ਬਹੁਤ ਔਖੀ, ਬੜੀ ਮੁਸ਼ਕਿਲ ਆ। ਫਿਰ ਇਹਦਾ ਜਿਹੜਾ ਭਤੀਜਾ ਜੀਤ ਸਿੰਘ ਸੀ ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਦੱਸੋ ਉਹ ਤਰਕੀਬ ਕੀ ਆ, ਅਸੀਂ ਸਭ ਕੁਛ ਕਰਨ ਨੂੰ ਤਿਆਰ ਹਾਂ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਨੇ ਦੱਸਿਆ, ਕਹਿੰਦੇ ਭਾਈ ਤੁਹਾਨੂੰ ਜਿਹੜਾ ਇਹ ਬੀਬੀ ਆਸ ਕੌਰ ਜਿਹੜੀ ਆ, ਇਸ ਕੰਨਿਆ ਦੇ ਬੱਟੇ ਕਿਸੇ ਹੋਰ ਨੂੰ ਦਰਗਾਹ ਦੇ ਵਿੱਚ ਜਾਣਾ ਪਊਗਾ। ਭਾਵ ਕੀ ਆ, ਉਹਦੀ ਉਮਰ ਜਿਹੜੀ ਇਸ ਕੰਨਿਆ ਨੂੰ ਦੇਣੀ ਪਊਗੀ। ਜਦ ਇਹ ਗੱਲ ਹੋਈ ਤਾਂ ਫਿਰ ਕੀ ਸੀਗਾ, ਫਿਰ ਭਾਈ ਬਰਿਆਮ ਸਿੰਘ ਜਿਹੜੇ ਸੀ ਕੋਈ ਬਾਬਾ ਜੀ ਵੱਲ ਦੇਖਣ ਕਿ ਇਹ ਤਾਂ ਜੋ ਬਾਬਾ ਜੀ ਨੇ ਗੱਲ ਕੀਤੀ ਹੈ ਤਾਂ ਵਾਕਿਆ ਬੜੀ ਕਠਿਨ ਹੈਗੀ ਆ। ਹੁਣ ਮਰੇ ਦੇ ਬਦਲੇ ਕੌਣ ਮਰਦਾ ਹੈਗਾ। ਪਰ ਕਿਉਂਕਿ ਜੀਤ ਸਿੰਘ ਦਾ ਜਿਹੜਾ ਪਿਆਰ ਸੀਗਾ ਆਪਣੀ ਭੈਣ ਦੇ ਆਸ ਕੌਰ ਦੇ ਨਾਲ ਜ਼ਿਆਦਾ ਸੀਗਾ, ਇਸ ਕਰਕੇ ਉਹਨੇ ਕਹਿਤਾ, ਕਹਿੰਦਾ ਬਾਬਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਆਪਣੀ ਭੈਣ ਦੇ ਬੱਟੇ ਦਰਗਾਹ ਦੇ ਵਿੱਚ ਜਾਣ ਨੂੰ ਤਿਆਰ ਹਾਂ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਜੀਤ ਸਿੰਘ ਸੋਚ ਲੈ, ਕੰਮ ਬਹੁਤ ਮੁਸ਼ਕਿਲ ਵਾ। ਜਦ ਇੰਨੀ ਗੱਲ ਹੋਈ ਤਾਂ ਜੀਤ ਸਿੰਘ ਆਪਣੀ ਭੈਣ ਦੇ ਪਿਆਰ ਵਿੱਚ ਹੀ ਬੋਲਿਆ, ਕਹਿਣ ਲੱਗਾ ਜੀ ਸੋਚਣਾ ਕੀ ਆ, ਤੁਸੀਂ ਹੁਕਮ ਕਰੋ, ਉਹਦੀ ਜਗ੍ਹਾ ਮੈਂ ਦਰਗਾਹ 'ਚ ਚਲੇ ਜਾਂਦਾ, ਮੇਰੀ ਉਮਰ ਮੇਰੀ ਭੈਣ ਨੂੰ ਲੱਗ ਜਾਵੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਅਜੇ ਵੀ ਵਿਚਾਰ ਕਰ ਲੈ। ਜਦ ਪਰ ਇੰਨੀ ਗੱਲ ਹੋਈ ਤਾਂ ਫਿਰ ਜੀਤ ਸਿੰਘ ਕਹਿਣ ਲੱਗਾ, ਜੀ ਵਿਚਾਰ ਕੀ ਕਰਨੀ ਆ, ਬਸ ਤੁਸੀਂ ਹੁਕਮ ਕਰੋ, ਮੈਂ ਜਾਣ ਨੂੰ ਤਿਆਰ ਹਾਂ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਨੇ ਫਿਰ ਮੂੰਹੋਂ ਕਹਿਤਾ, ਕਹਿੰਦੇ ਚੰਗਾ ਫਿਰ ਸ਼ੁੱਧ ਹੈ। ਜਦ ਇੰਨੀ ਗੱਲ ਹੋਈ ਤਾਂ ਬਚਨ ਹੋ ਗਿਆ। ਬਚਨ ਹੋ ਗਿਆ ਤਾਂ ਬਾਬਾ ਜੀ ਨੇ ਕਹਿਤਾ, ਕਹਿੰਦੇ ਇੱਦਾਂ ਕਰੋ ਬਰਿਆਮ ਸਿੰਘ,
ਤੁਸੀਂ ਹੁਣ ਦੋਨੇ ਘਰ ਚਲੇ ਜਾਓ, ਹੁਣ ਤੁਹਾਡੀ ਲੜਕੀ ਠੀਕ ਆ, ਹੁਣ ਤੁਸੀਂ ਉਹਦੇ ਬਾਰੇ ਫਿਕਰ ਕਰਨਾ ਛੱਡ ਦਿਓ। ਦੇਖੋ ਜੀ, ਭਾਈ ਬਰਿਆਮ ਸਿੰਘ ਜੀ ਤੇ ਇਹਨਾਂ ਦਾ ਭਤੀਜਾ ਜੀਤ ਸਿੰਘ ਘਰ ਨੂੰ ਚੱਲ ਗਏ, ਉਹ ਲੜਕੀ ਠੀਕ ਹੋ ਗਈ। ਇਸ ਤਰ੍ਹਾਂ ਹੈ ਨਾ, ਇਹ ਜਿਹੜਾ ਸੀਗਾ ਜੀਤ ਸਿੰਘ ਦਾ ਜੋ ਜੀਵਨ ਸੀਗਾ ਇਹ ਤਕਰੀਬਨ 1.5 ਸਾਲ ਜਿਹੜਾ ਸੀ ਇਸ ਤਰ੍ਹਾਂ ਚੱਲਦਾ ਰਿਹਾ। ਪਰ ਮਹਾਂਪੁਰਖਾਂ ਦਾ ਬਚਨ ਜਿਹੜਾ ਸੀਗਾ ਸਮਾਂ ਪਾ ਕੇ ਭੁੱਲ ਗਏ। ਜਦੋਂ ਸਮਾਂ ਪਾ ਕੇ ਭੁੱਲ ਗਏ, ਇੱਕ ਵਾਰੀ ਹੈ ਨਾ ਭਾਈ ਜੀਤ ਸਿੰਘ ਜਿਹੜੇ ਸੀਗੇ ਇਹ ਆਪਣੇ ਖੇਤ ਦੀ ਰਾਖੀ ਬੈਠੇ ਸੀਗੇ। ਉਦੋਂ ਪੋਹ ਦਾ ਮਹੀਨਾ ਸੀਗਾ ਤੇ ਜਦ ਇਸ ਖੇਤ ਦੀ ਰਾਖੀ ਜਿਹੜਾ ਸੀ ਉਹ ਰਾਤ ਨੂੰ ਬੈਠਾ ਸੀਗਾ, ਅਚਨਚੇਤ ਜਿਹੜਾ ਸੀਗਾ ਜੀਤ ਸਿੰਘ ਦੇ ਪੈਰ ਦੇ ਉੱਤੇ ਹੈ ਨਾ ਕਿਸੇ ਚੀਜ਼ ਨੇ ਛੋਟਾ ਜਿਹਾ ਕੱਟ ਮਾਰਿਆ, ਜਿਵੇਂ ਕੰਡਾ ਚੁੱਭਾ ਹੋਵੇ। ਜਦ ਜੀਤ ਸਿੰਘ ਨੇ ਦੇਖਿਆ ਕਿ ਮੇਰੇ ਕਿਸੇ ਚੀਜ਼ ਨੂੰ ਲੱਗਦਾ ਕੱਟਿਆ ਹੈਗਾ, ਉਹਦੇ ਥੋੜ੍ਹੀ ਜਿਹੀ ਦਰਦ ਹੋਈ। ਉੱਠ ਕੇ ਜਦ ਤੀਲੀ ਵਾੜੀ ਤਾਂ ਕੀ ਦੇਖਿਆ, ਕੋਲੀ ਇੱਕ ਨਾ ਸੱਪ ਜਿਹੜਾ ਸੀਗਾ ਉਹ ਜਾਣ ਦਿਆ ਸੀਗਾ। ਉਸ ਜਿਸ ਨੂੰ ਦੇਖ ਕੇ ਜੀਤ ਸਿੰਘ ਸੱਪ ਜਿਹੜਾ ਸੀ ਉਹ ਸਮਝ ਗਿਆ ਕਿ ਮੈਨੂੰ ਕਿਸੇ ਸੱਪ ਨੇ ਕੱਟ ਦਿੱਤਾ ਹੈਗਾ। ਉਹ ਉਸੇ ਟਾਈਮ ਜਿਹੜਾ ਸੀਗਾ ਉਹ ਘਰ ਆ ਗਿਆ। ਇਸ ਕੱਟੇ ਦੇ ਵਿੱਚ ਫਿਰ ਜਿਹੜਾ ਸਾਰਾ ਪਰਿਵਾਰ ਸੀ, ਭਾਈ ਬਰਿਆਮ ਸਿੰਘ, ਜੀਤ ਸਿੰਘ, ਇਹ ਬਾਬਾ ਜੀ ਦੇ ਉੱਪਰ ਹਨ ਟਿੱਲੇ ਦੇ ਪਾਸ ਪਹੁੰਚ ਗਏ। ਜਦ ਟਿੱਲੇ 'ਤੇ ਪਹੁੰਚੇ, ਇਹਨਾਂ ਨੇ ਸਾਰੀ ਜਿਹੜੀ ਵਾਰਦਾਤ ਸੀਗੀ ਉਹ ਬਾਬਾ ਜੀ ਨੂੰ ਸੁਣਾਈ। ਜਦ ਬਾਬਾ ਜੀ ਨੂੰ ਸੁਣਾਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਜੀਤ ਸਿੰਘ ਤੂੰ ਇਸ ਤਰ੍ਹਾਂ ਕਰ, ਜਪਜੀ ਸਾਹਿਬ ਦਾ ਪਾਠ ਕਰ। ਜਦ ਇੰਨੀ ਗੱਲ ਹੋਈ ਤਾਂ ਜੀਤ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਜਿਹੜਾ ਸੀ ਉਹ ਕਰਨਾ ਸ਼ੁਰੂ ਕਰ ਦਿੱਤਾ। ਪਰ ਜਿਉਂ-ਜਿਉਂ ਜਪਜੀ ਸਾਹਿਬ ਦਾ ਪਾਠ ਕਰਦਾ ਤਿਉਂ ਸੱਪ ਦੀ ਜ਼ਹਿਰ ਜਿਹੜੀ ਉਹ ਜ਼ਿਆਦਾ ਚੜ੍ਹੀ ਜਾਂਦੀ ਆ। ਜਦ ਜ਼ਿਆਦਾ ਚੜ੍ਹੀ ਜਾਂਦੀ ਹੈ ਤਾਂ ਫਿਰ ਜੀਤ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਮੇਰੇ ਤੋਂ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ, ਕਿਉਂਕਿ ਮੇਰੀ ਜਿਹੜੀ ਜ਼ੁਬਾਨ ਹੈ ਉਹ ਲੜਖੜਾ ਰਹੀ ਹੈ। ਜਦ ਇੰਨੀ ਗੱਲ ਹੋਈ ਆ ਤੇ ਬਾਬਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਫਿਰ ਜੀਤ ਸਿੰਘ ਨੇ ਇੱਕ ਹੋਕਾ ਲਿਆ। ਹੋਕਾ ਲੈ ਕੇ ਜਾਣੀ ਕਿ ਬੜੇ ਜ਼ੋਰ ਦੇ ਨਾਲ ਸਾਰਿਆਂ ਨੂੰ ਕਹਿਣ ਲੱਗਾ ਕਿ ਮੈਨੂੰ ਸੰਤ ਮਹਾਂਪੁਰਖਾਂ ਦੇ ਚਰਨ ਛੂਹਣ ਦਿਓ। ਜਦ ਇੰਨੀ ਗੱਲ ਹੋਈ ਤੇ ਚਰਨ ਛੂਹਣ ਦਾ ਜਿਹੜਾ ਸੀ ਉਹ ਥੱਲੇ ਡਿੱਗ ਪਿਆ। ਡਿੱਗਦੇ ਸਾਰੀ ਉਹਦੇ ਜਿਹੜੇ ਪ੍ਰਾਣ ਸੀਗੇ ਉਹ ਉਹਦੇ ਸਰੀਰ ਦੇ ਵਿੱਚੋਂ ਬਾਹਰ ਨਿਕਲ ਗਏ। ਇਸ ਤਰ੍ਹਾਂ ਨਾ ਭਾਈ ਜੀਤ ਸਿੰਘ ਹੁਣਾਂ ਦੀ ਮ੍ਰਿਤੂ ਹੋ ਗਈ। ਜਦ ਮ੍ਰਿਤੂ ਹੋ ਗਏ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਸ ਤਰ੍ਹਾਂ ਕਰੋ, ਹੁਣ ਇਹਦੇ ਸਰੀਰ ਨੂੰ ਤੁਸੀਂ ਘਰ ਲੈ ਜਾਓ। ਫਿਰ ਭਾਈ ਬਰਿਆਮ ਸਿੰਘ ਹੋਣੀ ਤੇ ਸਾਰਾ ਪਰਿਵਾਰ ਜਿਹੜਾ ਸੀਗਾ ਭਾਈ ਜੀਤ ਸਿੰਘ ਦਾ ਜਿਹੜਾ ਮ੍ਰਿਤਕ ਸਰੀਰ ਸੀਗਾ ਘਰ ਨੂੰ ਲੈ ਗਿਆ। ਘਰ ਜਾ ਕੇ ਉਹਨਾਂ ਨੇ ਫਿਰ ਜਿਹੜਾ ਸੀ ਉਹ ਇਸ ਸਰੀਰ ਦਾ ਸੰਸਕਾਰ ਕਰ ਦਿੱਤਾ। ਪਰ ਭਾਈ ਬਰਿਆਮ ਸਿੰਘ ਤੇ ਬਾਕੀ ਪਰਿਵਾਰ ਦੇ ਵਿੱਚ ਬਾਬਾ ਜੀ ਦੇ ਪ੍ਰਤੀ ਨਾਰਾਜ਼ਗੀ ਹੋ ਗਈ। ਜਦ ਬਾਬਾ ਜੀ ਦੇ ਪ੍ਰਤੀ ਨਾਰਾਜ਼ਗੀ ਹੋਈ ਆ ਤੇ ਇਹ ਸਾਰਾ ਪਰਿਵਾਰ ਜਿਹੜਾ ਸੀਗਾ ਮੁੜ ਕੇ ਫਿਰ ਟਿੱਲੇ ਆਉਣੋਂ ਬੰਦ ਹੋ ਗਿਆ। ਜਦ ਉੱਪਰ ਟਿੱਲੇ ਆਉਣੋਂ ਬੰਦ ਹੋ ਗਿਆ, ਬਾਬਾ ਜੀ ਦੀ ਸੇਵਾ ਦੇ ਵਿੱਚ ਬੰਦ ਹੋ ਗਿਆ। ਇਸ ਤਰ੍ਹਾਂ ਨਾ 1 ਸਾਲ ਜਿਹੜੇ ਸੀਗੇ ਪਰ ਭਾਈ ਬਰਿਆਮ ਸਿੰਘ ਹੁਣਾਂ ਦਾ ਪਰਿਵਾਰ ਜਿਹੜਾ ਸਾਰਾ ਹੈ ਇਹ ਮਹਾਂਪੁਰਖਾਂ ਦੀ ਸੇਵਾ ਵਿੱਚ ਹਾਜ਼ਰ ਨਹੀਂ ਹੋਇਆ। ਇੱਕ ਦਿਨ ਫਿਰ ਸਾਲ ਬਾਅਦ ਬਾਬਾ ਜੀ ਨੇ ਆਪ ਹੀ ਇੱਕ ਸੇਵਾਦਾਰ ਨੂੰ ਭੇਜਿਆ। ਉਸ ਨੂੰ ਕਿਹਾ, ਕਹਿੰਦੇ ਭਾਈ ਬਰਿਆਮ ਸਿੰਘ ਹੁਣਾਂ ਨੂੰ ਸੱਦ ਕੇ ਲੈ ਕੇ ਆਓ। ਜਦ ਇੰਨੀ ਗੱਲ ਹੋਈ, ਉਹ ਸੇਵਾਦਾਰ ਜਿਹੜਾ ਸੀਗਾ ਭਾਈ ਬਰਿਆਮ ਸਿੰਘ ਦੇ ਘਰ ਗਿਆ। ਉਹਨਾਂ ਨੂੰ ਮਹਾਂਪੁਰਖਾਂ ਦਾ ਜਿਹੜਾ ਸੀਗਾ ਇਹ ਹੁਕਮ ਸੁਣਾ ਦਿੱਤਾ। ਇੰਨੀ ਗੱਲ ਹੋਈ ਤਾਂ ਭਾਈ ਬਰਿਆਮ ਸਿੰਘ ਜਿਹੜਾ ਸੀਗਾ ਇਹ ਸਾਲ ਬਾਅਦ ਮਹਾਂਪੁਰਖਾਂ ਦਾ ਹੁਕਮ ਸੁਣ ਕੇ ਜਿਹੜਾ ਸੀ ਉਹ ਸੇਵਾਦਾਰ ਦੇ ਨਾਲ ਉਹ ਟਿੱਲੇ ਉੱਤੇ ਹਾਜ਼ਰ ਹੋਇਆ। ਜਦ ਟਿੱਲੇ 'ਤੇ ਹਾਜ਼ਰ ਹੋਇਆ ਤਾਂ ਫਿਰ ਬਾਬਾ ਮਹਾਰਨਾਮ ਸੋਹਣਾ ਨੇ ਭਾਈ ਬਰਿਆਮ ਸਿੰਘ ਨੂੰ ਆਖਿਆ, ਕਹਿੰਦੇ ਭਾਈ ਬਰਿਆਮ ਸਿੰਘ ਕੀ ਗੱਲ ਹੋ ਗਈ ਆ? ਕੀ ਤੂੰ ਕਿਸੇ ਗੱਲੋਂ ਸਾਡੇ ਨਾਲ ਨਾਰਾਜ਼ ਹੈਗਾ? ਜਿਹੜਾ ਤੂੰ 1 ਸਾਲ ਹੋ ਗਿਆ ਸਾਡੇ ਪਾਸ ਕਦੀ ਜਿਹੜਾ ਸੀ ਉਹ ਕਦੀ ਹਾਜ਼ਰੀ ਨਹੀਂ ਦਿੱਤੀ, ਕਦੀ ਸੇਵਾ ਵਿੱਚ ਨਹੀਂ ਆਇਆ। ਜਦ ਇਸ ਤਰ੍ਹਾਂ ਦੀ ਬਚਨ ਜਿਹੜੇ ਸੀ ਮਹਾਂਪੁਰਖਾਂ ਨੇ ਕੀਤੇ। ਫਿਰ ਭਾਈ ਬਰਿਆਮ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਅਸੀਂ ਸਾਰਾ ਪਰਿਵਾਰ ਆਪ ਜੀ ਦਾ ਸੇਵਾਦਾਰ ਸੀਗਾ ਅਤੇ ਤੁਸੀਂ ਮੈਨੂੰ ਕਿਹਾ ਸੀਗਾ ਕਿ ਜਦੋਂ ਵੀ ਹਲ ਵਾਹੁਣਾ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ। ਮੈਂ ਹਲ ਵਾਹੁੰਦੇ ਵੀ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ ਹੈਗਾ, ਪਰ ਮੈਨੂੰ ਸਮਝ ਨਹੀਂ ਆਈ ਵੀ ਜੀਤ ਸਿੰਘ ਦੀ ਮੌਤ ਦਾ ਜਿਹੜਾ ਭਾਣਾ ਕਿਉਂ ਵਰਤ ਗਿਆ ਹੈਗਾ। ਤੁਸੀਂ ਸਾਡੀ ਉਸ ਸਮੇਂ ਸਹਾਇਤਾ ਨਹੀਂ ਕੀਤੀ, ਜਿਸ ਸਮੇਂ ਜਿਹੜੀ ਸਹਾਇਤਾ ਕਰਨ ਦੀ ਬੜੀ ਲੋੜ ਸੀ। ਅਗਰ ਤੁਸੀਂ ਸਾਡੀ ਸਹਾਇਤਾ ਕਰਦੇ ਤਾਂ ਜੀਤ ਸਿੰਘ ਜਿਹੜਾ ਸੀਗਾ ਉਹ ਬਚ ਸਕਦਾ ਸੀਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਬਰਿਆਮ ਸਿੰਘ ਉਸ ਵਾਹਿਗੁਰੂ ਦਾ ਹੁਕਮ ਜਿਹੜਾ ਹੈ ਨਾ ਉਹ ਮੋੜਿਆ ਨਹੀਂ ਜਾ ਸਕਦਾ। ਕਹਿੰਦੇ ਦੇਖ ਜੀਤ ਸਿੰਘ ਦੀ ਜਿਹੜੀ ਭੈਣ ਸੀਗੀ ਆਸ ਕੌਰ, ਇਹਨੇ ਕਹਿੰਦੇ ਤੂੰ ਯਾਦ ਕਰ, ਇਹਦੇ ਜਦੋਂ ਪਹਿਲਾ ਬੱਚਾ ਹੋਇਆ ਸੀ ਸਖਤ ਬਿਮਾਰ ਹੋ ਗਏ ਸੀ, ਇਹਨੇ ਦਰਗਾਹ ਦੇ ਵਿੱਚ ਜਾਣਾ ਸੀਗਾ, ਇਹਦੀ ਮੌਤ ਬਿਲਕੁਲ ਅਟੱਲ ਸੀਗੀ। ਪਰ ਕਿਉਂਕਿ ਆਪਾਂ ਉਸ ਟਾਈਮ ਫਿਰ ਉਮਰ ਦਾ ਵੱਟਾ ਸੱਟਾ ਕੀਤਾ, ਇਸ ਵੱਟੇ ਸੱਟੇ ਦੇ ਵਿੱਚ ਫਿਰ ਜੀਤ ਸਿੰਘ ਜਿਹੜਾ ਸੀਗਾ ਇਹਦਾ ਭਰਾ ਤਿਆਰ ਹੋ ਗਿਆ। ਕਹਿਣ ਲੱਗਾ ਕਿ ਮੈਂ ਆਪਣੀ ਭੈਣ ਦੇ ਕਰਕੇ ਮੈਂ ਆਪ ਦਰਗਾਹ 'ਚ ਜਾਵਾਂਗਾ, ਭੈਣ ਮੇਰੀ ਇੱਥੇ ਸਹੀ ਸਲਾਮਤ ਰਹੇ। ਜਦ ਕਹਿੰਦੇ ਇੰਨੀ ਗੱਲ ਹੋਈ ਸੀ, ਉਸ ਤੋਂ ਬਾਅਦ ਫਿਰ ਤੁਸੀਂ ਘਰ ਚਲੇ ਗਏ ਸੀਗੇ ਅਤੇ ਤੁਹਾਡੀ ਜਿਹੜੀ ਭਤੀਜੀ ਸੀਗੀ ਬੀਬੀ ਆਸ ਕੌਰ ਇਹ ਬਿਲਕੁਲ ਠੀਕ ਹੋ ਗਈ ਸੀ। ਪਰ 1.5 ਸਾਲ ਬਾਅਦ ਫਿਰ ਜੀਤ ਸਿੰਘ ਦੀ ਦੁਬਾਰਾ ਜਿਹੜੀ ਸੀਗੀ ਉਹ ਇੱਕ ਸੱਪ ਡੰਗਣ ਦੇ ਨਾਲ ਮੌਤ ਹੋਈ। ਕਹਿੰਦੇ ਦੇਖੋ ਭਾਈ ਜੀਤ ਸਿੰਘ ਨੇ ਹੈ ਨਾ ਜਦੋਂ ਇਹਦੀ ਭੈਣ ਜਿਹੜੀ ਸੀਗੀ ਉਹ ਦੁਬਾਰਾ ਇਸ ਦੁਨੀਆ ਦੇ ਵਿੱਚ ਸਵਾਸ ਲੈਣ ਲੱਗੀ ਸੀ,
ਇਹਦਾ ਸਰੀਰ ਤਾਂ ਉਸੇ ਟਾਈਮ ਪੰਜ ਭੂਤਕ ਸਰੀਰ ਜਿਹੜਾ ਸੀਗਾ ਇਹ ਪਿੰਜਰੇ ਦੇ ਵਿੱਚੋਂ ਬਾਹਰ ਚਲੇ ਜਾਣਾ ਸੀਗਾ। ਜੀਤ ਸਿੰਘ ਦੀ ਮੌਤ ਤਾਂ ਉਸੇ ਟਾਈਮ ਹੋ ਜਾਣੀ ਸੀ, ਪਰ ਮਹਾਂਪੁਰਖਾਂ ਨੇ ਦੱਸਿਆ, ਕਹਿੰਦੇ ਭਾਈ ਬਰਿਆਮ ਸਿੰਘ ਅਸੀਂ ਆਪਣੀ ਉਮਰ ਦਾ 1.5 ਸਾਲ ਹੈ ਨਾ ਜੀਤ ਸਿੰਘ ਨੂੰ ਦਿੱਤਾ ਸੀਗਾ, ਜਿਸ ਕਰਕੇ ਜੀਤ ਸਿੰਘ 1.5 ਸਾਲ ਜਿਹੜਾ ਜਿਉਂਦਾ ਰਿਹਾ ਹੈਗਾ। ਜਦ ਇਹ ਸਾਰੀ ਭੇਦ ਭਰੀ ਗੱਲ ਮਹਾਂਪੁਰਖਾਂ ਨੇ ਭਾਈ ਬਰਿਆਮ ਸਿੰਘ ਹੁਣਾਂ ਨਾਲ ਸਾਂਝੀ ਕੀਤੀ ਤਾਂ ਫਿਰ ਭਾਈ ਬਰਿਆਮ ਸਿੰਘ ਜਿਹੜੇ ਸੀਗੇ ਉਹ ਮਹਾਂਪੁਰਖਾਂ ਦੇ ਚਰਨਾਂ 'ਚ ਲੱਗ ਕੇ ਬੜੇ ਰੋਏ। ਮਹਾਂਪੁਰਖਾਂ ਨੂੰ ਕਹਿਣ ਲੱਗੇ ਕਿ ਸਾਡੀ ਭੁੱਲ ਜਿਹੜੀ ਆ ਉਹ ਬਖਸ਼ ਦਿਓ, ਸਾਨੂੰ ਖਿਮਾ ਕਰ ਦਿਓ, ਸਾਨੂੰ ਨਹੀਂ ਸੀ ਪਤਾ ਕਿ ਤੁਸੀਂ ਐਡਾ ਵੱਡਾ ਪਰਉਪਕਾਰ ਜਿਹੜਾ ਸੀ ਸਾਡੇ 'ਤੇ ਕੀਤਾ ਸੀਗਾ। ਜਦ ਇਸ ਤਰ੍ਹਾਂ ਭਾਈ ਬਰਿਆਮ ਸਿੰਘ ਹੁਣਾਂ ਨੇ ਮਹਾਂਪੁਰਖਾਂ ਦੇ ਚਰਨ ਫੜੇ ਆ, ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਬਰਿਆਮ ਸਿੰਘ ਚਿੰਤਾ ਨਾ ਕਰ, ਵਾਹਿਗੁਰੂ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ। ਤੇਰਾ ਇੱਕ ਜਿਹੜਾ ਲੜਕਾ ਹੈਗਾ ਚੰਦਾ, ਉਸੇ ਚੰਦੇ ਤੋਂ ਤੇਰੇ ਘਰ ਦੇ ਵਿੱਚ ਕਈ ਚੰਦ ਪੈਦਾ ਹੋ ਜਾਣਗੇ, ਤੈਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹੂਗਾ। ਉਸ ਤੋਂ ਬਾਅਦ ਦੇਖੋ ਫਿਰ ਭਾਈ ਬਰਿਆਮ ਸਿੰਘ ਹੁਣਾਂ ਦਾ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਮਹਾਂਪੁਰਖਾਂ ਦੀ ਉਸੇ ਤਰ੍ਹਾਂ ਸੇਵਾ ਕਰਦਾ ਰਿਹਾ ਹੈਗਾ। ਅਤੇ ਇਹ ਜੋ ਪ੍ਰਸੰਗ ਹੈਗਾ ਇਹ ਭਾਈ ਜੋਗਿੰਦਰ ਸਿੰਘ ਢਿੱਲੋਂ ਹੁਣਾਂ ਨੇ ਜਿਹੜਾ ਸੀਗਾ ਮਹਾਂਪੁਰਖਾਂ ਨਾਲ ਸਾਂਝਾ ਕੀਤਾ ਸੀ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।